ਹਿਟਲਰ ਨੂੰ ਲੋਕਾਂ ਨੇ ਐਡਾ ਕਿਹਾ ਸੀਗਾ ਵੀ ਉਹ ਡਿਕਟੇਟਰ ਹੈ। ਅੱਜ ਜੇ ਉਹਦੀ ਪਾਲਿਸੀ ਤੇ ਚੱਲਣਗੇ ਪ੍ਰਧਾਨ ਮੰਤਰੀ ਤੇ ਦੇਸ਼ ਦੀ ਡੈਮੋਕ੍ਰੇਸੀ ਨੂੰ ਖਤਰਾ ਪੈ ਜਾਏਗਾ। ਅੱਜ ਪੰਜਾਬੀਆਂ ਨੇ ਦੱਸ ਦਿੱਤਾ ਕਿ ਦੇਸ਼ ਦੀ ਕਿਸਾਨੀ ਦੇ ਜਾਂ ਮਜ਼ਦੂਰਾਂ ਦੇ ਘੋਲ ਵਿੱਚ ਵੀ ਜੇ ਸਭ ਤੋਂ ਵੱਧ ਜੇ ਕਿਸੇ ਨੇ ਪਹਿਲ ਕੀਤੀ ਹੈ ਜਾਂ ਉੱਥੋਂ ਸਰਕਾਰਾਂ ਨੂੰ ਤਲਾਂਜਲੀ ਦਿੱਤੀ ਹੈ ਜਾਂ ਕਿਸੇ ਪਾਰਟੀ ਦੇ ਨਾਲ ਨਾਤੇ ਤੋੜੇ ਹੈ, ਉਹ ਪੰਜਾਬੀਆਂ ਨਾਲ ਤੋੜੇ ਹੈ। ਸਾਰੇ ਦੇਸ਼ ਦੀ ਕਿਸਾਨੀ ਦਾ ਗੱਲ ਹੈ। ਅਸੀਂ ਦੇਸ਼ ਦੀ ਕਿਸਾਨੀ ਨੂੰ ਬਚਾਉਣ ਵਾਸਤੇ, ਮਜ਼ਦੂਰਾਂ ਨੂੰ ਬਚਾਉਣ ਵਾਸਤੇ ਜਾਂ ਸਾਡੇ ਦੇਸ਼ ਦੇ ਆਰਥਿਕ ਪੱਧਰ ਨੂੰ ਬਚਾਉਣ ਵਾਸਤੇ ਇਹ ਸਾਡੀ ਬੇਨਤੀ ਹੈ ਕਿ ਤੁਰੰਤ ਇਹਦਾ ਹੱਲ ਕੀਤਾ ਜਾਵੇ। ਸਾਡੇ ਨਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ। ਕੱਲ ਕਿਸਾਨ ਬੰਦ ਕਰਨ ਜਾ ਰਹੇ ਨੇ। ਲਗਾਤਾਰ 76 ਦਿਨਾਂ ਤੋਂ ਰੇਲ ਅੰਦੋਲਨ ਤੇ ਬੈਠੇ ਨੇ। 11 ਦਿਨ ਹੋ ਗਏ ਦਿੱਲੀ ਦੇ ਬਾਹਰ ਬੈਠੇ ਨੇ। ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਸਤਿ ਸ਼੍ਰੀ ਅਕਾਲ ਬੀਬੀ ਜੀ, ਤੁਹਾਡਾ D4 ਨਿਊਜ਼ ਚੈਨਲ ਤੇ ਸਵਾਗਤ ਹੈ। ਥੋੜਾ ਜਿਹੜੀ ਕਿਸਾਨ ਬੈਠੇ ਨੇ ਧਰਨੇ ਤੇ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਇਹ ਤਾਂ ਜਿੱਦ ਕਰਨ ਵਾਲੀ ਗੱਲ ਹੈ ਭਾਰਤ ਸਰਕਾਰ ਦੀ। ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਬਿੱਲ ਕਿਸਾਨ ਮਾਰੂ ਹੈ, ਕਿਉਂਕਿ ਇਕੱਲੇ ਖੇਤਾਂ 'ਚ ਕੰਮ ਕਰਨ ਵਾਲੇ ਕਿਸਾਨ ਨਹੀਂ ਕਹਿੰਦੇ, ਇਹ ਜਿਹੜੇ ਦਫ਼ਤਰਾਂ 'ਚ ਬੈਠੇ ਜਾਂ ਵੱਡੀਆਂ ਵੱਡੀਆਂ ਪੋਸਟਾਂ 'ਤੇ ਬੈਠੇ ਲੋਕ ਜਾਂ ਜਿਹੜੇ ਕਿਸਾਨੀ ਨੂੰ ਸਮਝਣ ਵਾਲੇ ਲੋਕ ਹੈ, UNO ਵਰਗੀਆਂ ਸੰਸਥਾਵਾਂ ਜਿਹੜੀਆਂ, ਉਹਨਾਂ ਨੇ ਵੀ ਕਹਿ ਦਿੱਤਾ ਕਿ ਭਾਰਤ ਸਰਕਾਰ ਜਿਹੜੀ ਹੈ ਇਹ ਕਾਨੂੰਨ ਵਾਪਸ ਲਵੇ। ਇਹ ਨਹੀਂ ਹੋਣੇ ਚਾਹੀਦੇ। ਸਾਰੇ ਥਾਵਾਂ 'ਤੇ ਰੌਲਾ ਪੈ ਰਿਹਾ ਹੈ। ਇਟ ਮੀਨਸ ਕਿ ਇਹ ਕਿਸਾਨਾਂ ਦੇ ਹੱਕ 'ਚ ਨਹੀਂ। ਜਿਹੜੀ ਚੀਜ਼ ਕਿਸਾਨਾਂ ਦੇ ਹੱਕ 'ਚ ਨਹੀਂ, ਨਾ ਸਾਡੀ ਆਰਥਿਕਤਾ ਰਹੇਗੀ, ਨਾ ਸਾਡੀ ਧਰਤੀ ਰਹੇਗੀ, ਨਾ ਸਾਡੇ ਨੌਜਵਾਨ ਬੱਚੇ ਕੋਈ ਕੰਮ ਕਰਨ ਜੋਗੇ ਰਹਿ ਜਾਣਗੇ। ਜਦੋਂ ਅਸੀਂ ਵਿਹਲੜ ਹੋ ਗਏ, ਸਾਡੇ ਬੇਮਾਲਕ ਹੋ ਗਏ, ਆਰਥਿਕ ਪੱਧਰ ਸਾਡਾ ਖਤਮ ਹੋ ਗਿਆ, ਸਾਡਾ ਸਮਾਜ ਕਿੱਦਾਂ ਤਕੜਾ ਹੋਏਗਾ? ਸੋ ਇਹ ਜਿਹੜੀ ਚੀਜ਼ ਅੱਜ ਲੋਕ ਕਹਿ ਰਹੇ ਹੈ, ਭਾਰਤ ਸਰਕਾਰ ਨੂੰ ਤੁਰੰਤ ਇਹਦੇ 'ਤੇ ਐਕਸ਼ਨ ਲੈਣਾ ਚਾਹੀਦਾ ਔਰ ਇਹ ਰੱਦ ਕਰਕੇ ਉਹਨਾਂ ਨੂੰ ਸੁੱਖ ਦਾ ਸਾਹ ਦੇਵੇ ਤਾਂ ਜੋ ਆਪਣੇ ਘਰਾਂ ਨੂੰ ਵਾਪਸ ਆ ਸਕਣ। ਪ੍ਰਧਾਨ ਜੀ, SGPC ਵੱਲੋਂ ਕੀ ਸਹਿਯੋਗ ਕੀਤਾ ਜਾ ਰਿਹਾ? ਜਿਵੇਂ ਜਿਨ੍ਹਾਂ ਦੀ ਡੈਥ ਹੋਈ ਹੈ, ਪਹਿਲੇ ਤੇ ਐਲਾਨ ਕੀਤਾ ਗਿਆ ਸੀ ਕਿ 1 ਲੱਖ ਰੁਪਏ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਹੋਰ ਕਿਵੇਂ ਸਹਿਯੋਗ ਕੀਤਾ ਜਾ ਰਿਹਾ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਸਿੱਖ ਕੌਮ ਦੀ ਗੁਰੂ ਨਾਨਕ ਨਾਮ ਲੈਵਾ ਸੰਗਤ ਦੀ ਹੈ। ਜਿੱਥੇ ਕੋਈ ਆਫਤ ਆ ਜਾਏ, ਜਿੱਥੇ ਕੋਈ ਮੁਸੀਬਤ ਆ ਜਾਏ, ਜਿੱਥੇ ਕੋਈ ਪੀੜ ਹੋਵੇ, ਜਿੱਥੇ ਕੋਈ ਪੀੜਾ ਹੋਵੇ, ਉਹਦੇ ਵਿੱਚ ਇਹ ਹਮੇਸ਼ਾ ਆਪਣਾ ਸਹਿਯੋਗ ਦਿੰਦੀ ਹੈ, ਕਿਉਂਕਿ ਇਹ ਲੋਕਾਂ ਦੀ ਸੰਸਥਾ ਹੈ। ਇਹ ਸਾਰੀ ਦੁਨੀਆ ਦੀ ਆਸਥਾ ਜਿਹੜੀ ਇੱਥੇ ਜੁੜੀ ਹੁੰਦੀ ਹੈ। ਪਰ ਕਿਉਂਕਿ ਲੋਕਾਂ ਦਾ ਟੇਕਿਆ ਹੋਇਆ ਮੱਥਾ ਹੀ ਇੱਥੇ ਜਿਹੜੀ ਹੈ ਗੋਲਕ ਵਿੱਚ ਆਉਂਦਾ ਹੈ ਅਤੇ ਗੁਰੂ ਕੀ ਗੋਰਖ ਗਰੀਬ ਦਾ ਮੂੰਹ, ਇਹ ਹਮੇਸ਼ਾ ਕਹਾਵਤ ਜਿਹੜੀ ਰਹੀ ਹੈ ਕਿ ਗਰੀਬ ਦਾ ਮੂੰਹ ਜਿਹੜਾ ਉਹ ਗੁਰੂ ਦੀ ਗੋਲਕ ਜਿਹੜੀ ਹੈ ਉਹਦੇ ਵਾਸਤੇ ਹੁੰਦੀ। ਸੋ ਜਦੋਂ ਕਿਤੇ ਭੀੜ ਬਣਦੀ ਹੈ, ਜਿੰਨੀ ਕੁ ਸਾਡੇ ਸਾਧਨ ਹੁੰਦੇ ਆ, ਸੀਮਤ ਸਾਧਨਾਂ ਵਿੱਚੋਂ ਅਸੀਂ ਵੱਧ ਤੋਂ ਵੱਧ ਆਪਣਾ ਤਨ ਮਨ ਧਨ ਨਾਲ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵੀ ਜਿੱਥੇ ਗੁਰੂ ਕੇ ਲੰਗਰ ਚੱਲ ਰਹੇ ਹੈ, ਪਹਿਲਾਂ ਗੁਰਦੁਆਰਿਆਂ 'ਚੋਂ ਭੇਜਦੇ ਸੀਗੇ, ਹੁਣ ਅਸੀਂ ਉੱਥੇ ਤੰਬੂ ਲਾਏ ਹੈ, ਉੱਥੇ ਲੰਗਰ ਚੱਲ ਰਹੇ ਹੈ। ਨਾਲ ਹੀ ਸਾਡੀਆਂ ਐਂਬੂਲੈਂਸ ਵੈਨਾਂ ਜਿਹੜੀਆਂ ਉੱਥੇ ਪਹੁੰਚੀਆਂ ਹੋਈਆਂ, ਡਾਕਟਰਸ ਪਹੁੰਚੇ ਹੋਏ ਆ, ਸਾਡੇ ਸਟੂਡੈਂਟਸ ਮੈਡੀਕਲ ਦੇ ਪਹੁੰਚੇ ਹੋਏ ਆ, ਸਾਰੇ ਉੱਥੇ ਸੇਵਾ ਕਰ ਰਹੇ ਆ। ਅੱਜ ਸਾਡੀਆਂ ਉੱਥੋਂ ਗੱਡੀਆਂ ਚੱਲਣਗੀਆਂ, ਬੱਸਾਂ ਜਿਹੜੀਆਂ ਵੈਨਾਂ, ਜਿਹਦੇ ਵਿੱਚ ਟੋਇਲਟਸ ਫਿੱਟ ਕੀਤੀਆਂ ਹੋਈਆਂ। ਉਹ ਟੋਇਲਟਸ ਲੈ ਕੇ ਅਸੀਂ ਬੀਬੀਆਂ ਵਾਸਤੇ ਉਹਦੀ ਸਹੂਲਤ ਬਣਾਉਣ ਵਾਸਤੇ ਉੱਥੇ ਭੇਜਣ ਲੱਗੇ ਹਾਂ, ਤਾਂ ਜੋ ਜਿਹੜੀਆਂ ਬੀਬੀਆਂ ਉੱਥੇ ਵੱਡੀ ਗਿਣਤੀ 'ਚ ਬੈਠੀਆਂ, ਉਹਨਾਂ ਨੂੰ ਬਾਹਰ ਜਾਣਾ ਜਾਂ ਦੂਰ ਜਾਣਾ ਬੜਾ ਔਖਾ ਜਿਹਾ ਲੱਗ ਰਿਹਾ ਸੀ। ਇਸ ਗੱਲ ਦੇ ਸਾਨੂੰ ਪਤਾ ਲੱਗਾ ਸੀ ਉੱਥੇ ਤਕਲੀਫ ਹੈ, ਉਹਦੇ ਵਾਸਤੇ ਅਸੀਂ ਸਹੂਲਤ ਵਾਸਤੇ ਉਹ ਕਰ ਰਹੇ ਹਾਂ। ਅਤੇ ਬਾਕੀ ਜਿਹੜੀ ਦੇਖੋ ਉਹਨਾਂ ਦੀ ਜਿਹੜੀ ਇਸ ਵੇਲੇ ਸੰਘਰਸ਼ ਹੈ, ਉਹਦੇ ਵਿੱਚ ਤਾਂ ਅਸੀਂ ਅਰਦਾਸ ਨਾਲ ਹੀ ਹਿੱਸਾ ਲੈ ਸਕਦੇ ਹਾਂ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਦੇਹ ਸ਼ਿਬਾਬਰ ਮੋਹਿ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਉਹਨਾਂ ਦੀ ਫਤਿਹ ਹੋਵੇ, ਉਹ ਆਪਣੀ ਜਿੱਤ ਕਰਕੇ ਘਰ ਆਉਣ ਔਰ ਆਪਣੇ ਆਉਣ ਵਾਲੇ ਭਵਿੱਖ ਨੂੰ ਸਵਾਰਨ ਵਾਸਤੇ ਜੋ ਉਹਨਾਂ ਨੇ ਸੰਘਰਸ਼ ਵਿੱਢਿਆ ਹੋਇਆ ਉਹਦੇ 'ਚ ਫਤਿਹ ਜਾਬੀ ਹੋਵੇ। ਜੀ, ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਹਿਤਾ ਹੈ ਰੱਦ ਕਰਨੇ ਚਾਹੀਦੇ ਕਾਨੂੰਨ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੁਹਾਨੂੰ ਲੱਗ ਰਿਹਾ ਕਿਤੇ ਨਾ ਕਿਤੇ ਅੜੀਅਲ ਰੁਖ ਅਪਣਾਇਆ ਜਾ ਰਿਹਾ, ਕਿਉਂਕਿ ਕਿਸਾਨਾਂ ਦੀ ਗੱਲ ਸੁਣਨ ਇੱਕ ਵਾਰ ਵੀ ਅੱਗੇ ਨਹੀਂ ਆਏ? ਦੇਖੋ, ਬੜੀ ਹੈਰਾਨੀ ਦੀ ਗੱਲ ਹੈ ਕਿ ਹਿਟਲਰ ਨੂੰ ਲੋਕਾਂ ਨੇ ਐਡਾ ਕਿਹਾ ਸੀਗਾ ਵੀ ਉਹ ਡਿਕਟੇਟਰ ਹੈ। ਅੱਜ ਜੇ ਉਹਦੀ ਪਾਲਿਸੀ 'ਤੇ ਚੱਲਣਗੇ ਪ੍ਰਧਾਨ ਮੰਤਰੀ ਤੇ ਦੇਸ਼ ਦੀ ਡੈਮੋਕ੍ਰੇਸੀ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਇਹ ਇੱਕ ਲੋਕਤੰਤਰ ਦਾ ਦੇਸ਼ ਹੈ ਔਰ ਇੱਥੇ ਸਭ ਤੋਂ ਵਧੀਆ ਡੈਮੋਕ੍ਰੇਸੀ ਜਾਣੀ ਜਾਂਦੀ ਹੈ, ਕਿਉਂਕਿ ਲੋਕਾਂ ਦੁਆਰਾ ਹੀ ਅਸੀਂ ਉੱਥੇ ਬੈਠਦੇ ਹਾਂ ਕੁਰਸੀ ਦੇ ਉੱਤੇ ਅਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੁੰਦੀ ਹੈ। ਜੇ ਪੰਜਾਬ ਦੇ ਜਾਂ ਦੇਸ਼ ਦੇ ਹੱਕਾਂ ਦੀ ਅਸੀਂ ਰਾਖੀ ਨਹੀਂ ਕਰਾਂਗੇ, ਤਾਂ ਹੀ ਉਹਦੇ ਸਾਰੀਆਂ ਸਟੇਟਾਂ ਆਪਣੇ ਵੱਧ ਅਧਿਕਾਰ ਮੰਗਦੀਆਂ, ਤਾਂ ਹੀ ਤਾਂ ਸਾਰੀਆਂ ਸਟੇਟਾਂ ਕਹਿੰਦੀਆਂ ਕਿ ਸਾਨੂੰ ਆਪਣੇ ਫੈਸਲੇ ਕਰਨ ਦਾ ਹੱਕ ਹੋਵੇ। ਤੇ ਜੇ ਇਸ ਤਰ੍ਹਾਂ ਦਾ ਅੜੀਅਲ ਵਤੀਰਾ ਹੋਏਗਾ, ਸੱਚਮੁੱਚ ਹੀ ਅੱਜ ਪੰਜਾਬ ਦੇ ਲੋਕ ਇਕੱਲੀ ਕਿਸਾਨੀ ਨਹੀਂ ਲੜ ਰਹੇ ਹੈ ਨਾ, ਪਹਿਲਾਂ ਪੰਜਾਬੀ ਦਾ ਮਾਰ ਪਈ ਹੈ, ਪੰਜਾਬੀ ਵੱਢੀ ਗਈ ਹੈ ਸਟੇਟਾਂ ਵਿੱਚੋਂ, ਜੰਮੂ ਐਂਡ ਕਸ਼ਮੀਰ ਵਿੱਚੋਂ ਸਾਡੇ ਹੱਕ ਖੋਏ ਗਏ ਹੈ। ਸੋ ਜੇ ਅੱਜ ਇਹ ਕਿਸਾਨੀ ਦਾ ਹੱਕ ਐਡਾ ਵੱਡਾ ਮਾਰਿਆ ਗਿਆ, 70% ਲੋਕ ਸਾਡੇ ਘੱਟੋ ਘੱਟ ਪੰਜਾਬ ਦੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਹੈ, ਮਜ਼ਦੂਰ ਜਾਂ ਵਪਾਰੀ
ਜਾਂ ਸਾਰਾ ਸਮਾਜ ਦਾ ਜਿਹੜਾ ਆਰਥਿਕ ਢਾਂਚਾ ਉਹ ਇਹਦੇ ਤੇ ਡਿਪੈਂਡ ਕਰਦਾ। ਤੇ ਜੇ ਇਹ ਸਾਰਾ ਕੁਝ ਹੀ ਖਤਮ ਹੋ ਗਿਆ, ਤੁਸੀਂ ਇਹ ਦੱਸੋ ਦੇਸ਼ ਕਿੱਦਾਂ ਤਰੱਕੀ ਕਰੇਗਾ? ਅੱਜ ਦੇਸ਼ ਦੀ ਇਕਨੋਮੀ ਜਿਹੜੀ ਖਤਮ ਹੋ ਰਹੀ ਹੈ, ਕਿੰਨਾ ਨੁਕਸਾਨ ਹੋ ਰਿਹਾ, ਜਿਹੜੇ ਸਾਰੇ ਰਸਤੇ ਬੰਦ ਹੈ, ਸਾਰੇ ਦਰਵਾਜ਼ੇ ਬੰਦ ਹੈ, ਸਾਰੇ ਵਪਾਰੀ ਇਸ ਵੇਲੇ ਦੁਖੀ ਹੋਏ ਫਿਰਦੇ ਆ। ਜੇ UNO ਵਰਗੀ ਜਾਂ ਐਡੀਆਂ ਵੱਡੀਆਂ ਰਾਸ਼ਟਰ ਪ੍ਰੈਜ਼ੀਡੈਂਟ ਵਰਗੇ, ਅਮਰੀਕਾ ਵਰਗੇ ਦੇਸ਼ ਦੇ ਲੋਕ, ਕੈਨੇਡਾ ਵਰਗੇ ਦੇਸ਼ ਦੇ ਲੋਕ ਜਿਹੜੇ ਕਹਿ ਰਹੇ ਆ, ਔਰ ਬਾਹਰ ਵੀ ਅੱਜ ਬਹੁਤ ਵੱਡੇ ਧਰਨੇ ਲੱਗ ਰਹੇ, ਰੋਸ ਮੁਜ਼ਾਹਰੇ ਹੋ ਰਹੇ ਆ। ਮੈਂ ਸਮਝਦੀ ਹਾਂ ਕਿ ਪ੍ਰਧਾਨ ਮੰਤਰੀ ਨੂੰ ਬਿਨਾਂ ਸੋਚੇ ਸਮਝੇ ਤੋਂ ਕਿ ਇਹ ਕਾਨੂੰਨ ਹੁਣ ਇਕੱਲੇ ਭਾਰਤ ਸਰਕਾਰ ਤੱਕ ਨਹੀਂ ਰਹਿ ਗਿਆ, ਇਹ ਦੁਨੀਆ ਦੇ ਲੋਕਾਂ ਤੱਕ ਪਹੁੰਚ ਰਿਹਾ। ਜੇ ਉਹ ਮਾੜਾ ਕਹਿ ਰਿਹਾ ਹੈ, ਇਟ ਮੀਨਸ ਉਹਨਾਂ ਨੇ ਪੜ੍ਹਿਆ, ਵਿਚਾਰਿਆ, ਤਾਂ ਹੀ ਇਹਨਾਂ ਇਸ ਗੱਲ ਨੂੰ ਸਮਝੀ ਹੈ। ਜੇ ਉਹ ਸਮਝ ਸਕਦੇ ਹੈ ਤੇ ਇਹਦੇ ਕੰਨਾਂ ਤੇ ਕਿਉਂ ਨਹੀਂ ਜੂਝ ਸਕਦੀ? ਮੇਰਾ ਲਾਸਟ ਸਵਾਲ ਹੈ ਜੀ, ਤੁਹਾਨੂੰ ਕੀ ਲੱਗਦਾ ਪੰਜਾਬ ਨੂੰ ਹਮੇਸ਼ਾ ਹੀ ਅਣਦੇਖੀ ਕੀਤੀ ਗਈ ਹੈ ਕਿ ਸੈਂਟਰ ਗਵਰਨਮੈਂਟ ਵੱਲੋਂ? ਕਿਉਂਕਿ ਕਿਸਾਨ ਜ਼ਿਆਦਾ ਪੰਜਾਬ ਨਾਲ ਸੰਬੰਧਿਤ ਹੈ, ਹਰਿਆਣੇ ਨਾਲ ਸੰਬੰਧਿਤ ਹੈ। ਤੇ ਵੈਸੇ ਤੇ ਸਾਡੇ ਧਾਰਮਿਕ ਤੌਰ ਤੇ ਦੇਖੀਏ, ਸਿੱਖਾਂ ਨਾਲ ਤੇ ਹਮੇਸ਼ਾ ਵਿਤਕਰਾ ਦੇਸ਼ ਦੀਆਂ ਸਰਕਾਰਾਂ ਨੇ ਕੀਤਾ। ਸਾਡੇ ਧਰਮ ਤੇ ਕਦੀ ਵਾਰ, ਸਾਡੇ ਸਰੂਪ ਤੇ ਕਦੀ ਵਾਰ, ਸਾਡੇ ਸਿਧਾਂਤ ਤੇ ਕਦੀ ਵਾਰ, ਸਾਡੇ ਗੁਰਧਾਮਾਂ ਤੇ ਕਦੀ ਵਾਰ, ਇਹ ਸਾਰਾ ਕੁਝ ਤਾਂ ਹੁੰਦਾ ਹੀ ਆਇਆ। ਪਰ ਪੰਜਾਬ ਦੀ ਧਰਤੀ ਦੇ ਨਾਲ ਤੇ ਹਮੇਸ਼ਾ ਉਹਨਾਂ ਨੇ ਮਤਰੇਈ ਮਾਂ ਵਰਗਾ ਇਹ ਸ਼ੁਰੂ ਤੋਂ ਚੱਲਦਾ ਹੀ ਆਇਆ। ਫਿਰ ਵੀ ਅਸੀਂ ਸਮਝਦੇ ਅਸੀਂ ਉਹਨਾਂ ਗੱਲਾਂ ਨੂੰ ਇੱਕ ਪਾਸੇ ਛੱਡ ਕੇ ਅੱਜ ਸਾਰੇ ਦੇਸ਼ ਦੀ ਕਿਸਾਨੀ ਦਾ ਗੱਲ ਹੈ। ਅਸੀਂ ਦੇਸ਼ ਦੀ ਕਿਸਾਨੀ ਨੂੰ ਬਚਾਉਣ ਵਾਸਤੇ, ਮਜ਼ਦੂਰਾਂ ਨੂੰ ਬਚਾਉਣ ਵਾਸਤੇ, ਜਾਂ ਸਾਡੇ ਦੇਸ਼ ਦੇ ਆਰਥਿਕ ਪੱਧਰ ਨੂੰ ਬਚਾਉਣ ਵਾਸਤੇ ਇਹ ਸਾਡੀ ਬੇਨਤੀ ਹੈ ਕਿ ਤੁਰੰਤ ਇਹਦਾ ਹੱਲ ਕੀਤਾ ਜਾਵੇ। ਤੁਸੀਂ ਕੋਈ ਹੋਰ ਮੈਸੇਜ ਦੇਣਾ ਚਾਹੋ? ਮੈਂ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਾਂਗੀ, ਜਾਂ ਵਰਲਡ 'ਚ ਵਸਦੇ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗੀ, ਆਓ ਸਾਰੇ ਇਸ ਸੰਘਰਸ਼ ਵਿੱਚ, ਜੇ ਅਸੀਂ ਆਪ ਹਾਜ਼ਰ ਨਹੀਂ ਹੋ ਸਕਦੇ, ਸਾਰੇ ਘਰ ਬੈਠ ਕੇ ਅਰਦਾਸ ਕਰੋ, ਗੁਰਦੁਆਰੇ 'ਚ ਅਰਦਾਸ ਕਰੋ ਕਿ ਸਾਡੇ ਕਿਸਾਨ ਜਿਹੜੇ ਉੱਥੇ ਦਿਨ ਰਾਤ ਬੜੀ ਕਾਲਨਾ ਕਰ ਰਹੇ ਹੈ, ਭਾਵੇਂ ਉਹ ਕਿਸੇ ਵੀ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ। ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਸੰਘਰਸ਼ ਨੇ ਬਹੁਤ ਕੁਝ ਕਾਇਮ ਕੀਤਾ, ਪੰਜਾਬ ਦੀਆਂ ਦੇਸ਼ ਦੀਆਂ ਪਰੰਪਰਾਵਾਂ ਜਿਹੜੀਆਂ ਸਨ ਉਹਨਾਂ ਨੂੰ ਬਹਾਲ ਕੀਤਾ, ਔਰ ਖਾਸ ਕਰਕੇ ਪੰਜਾਬੀ ਯੋਧਿਆਂ ਨੇ ਤੇ ਦੱਸ ਦਿੱਤਾ ਕਿ ਸੰਘਰਸ਼ ਜੇ ਕਦੀ ਲੜੇ ਹੈ, ਜੇ 70% ਆਜ਼ਾਦੀ ਦੇ ਵਿੱਚ ਹਿੱਸਾ ਪਾਇਆ, ਐਮਰਜੈਂਸੀ ਵਿੱਚ ਕੁਰਬਾਨੀ ਦਾ ਹਿੱਸਾ ਪਾਇਆ, ਅੱਜ ਪੰਜਾਬੀਆਂ ਨੇ ਦੱਸ ਦਿੱਤਾ ਕਿ ਦੇਸ਼ ਦੀ ਕਿਸਾਨੀ ਦੇ ਜਾਂ ਮਜ਼ਦੂਰਾਂ ਦੇ ਘੋਲ ਵਿੱਚ ਵੀ ਜੇ ਸਭ ਤੋਂ ਵੱਧ ਜੇ ਕਿਸੇ ਨੇ ਪਹਿਲ ਕੀਤੀ ਹੈ, ਜਾਂ ਉੱਥੋਂ ਸਰਕਾਰਾਂ ਨੂੰ ਤਲਾਂਜਲੀ ਦਿੱਤੀ ਹੈ, ਜਾਂ ਕਿਸੇ ਪਾਰਟੀ ਦੇ ਨਾਲ ਨਾਤੇ ਤੋੜੇ ਹੈ, ਉਹ ਪੰਜਾਬੀਆਂ ਨਾਲ ਤੋੜੇ ਹੈ। ਤੇ ਜੇ ਅੱਜ ਇਹਨਾਂ ਦੇ ਦਿੱਤੇ ਹੋਏ ਅਵਾਰਡ ਵੀ ਕਾਲੇ ਇਹਨਾਂ ਨੇ ਸਮਝੇ ਹੈ ਕਿ ਸਾਨੂੰ ਸਨਮਾਨ ਨਹੀਂ ਚਾਹੀਦੇ, ਸਾਨੂੰ ਕਿਸਾਨ ਚਾਹੀਦੇ ਹੈ, ਤੇ ਸਾਰੇ ਖਿਡਾਰੀ ਕੀ, ਧਾਰਮਿਕ ਸ਼ਖਸੀਅਤਾਂ ਕੀ, ਜਾਂ ਸਾਡੇ ਪੋਲੀਟੀਕਲ ਜਿਹੜੇ ਸਾਡੇ ਆਗੂ ਕੀ ਹੈ, ਜਿਨ੍ਹਾਂ ਨੂੰ ਸਰਕਾਰ ਨੇ ਸਨਮਾਨ ਦਿੱਤੇ ਸੀ, ਉਹ ਵਾਪਸ ਕਰ ਦਿੱਤੇ ਹੈ। ਇਹਦੇ ਤੋਂ ਆਪਾਂ ਨੂੰ ਇਹ ਦਿਸਦਾ ਹੈ ਕਿ ਅੱਜ ਦੇਸ਼ ਦਾ ਕਿਸਾਨ ਵੀ ਇੱਕ ਹੈ, ਦੇਸ਼ ਦੇ ਲੋਕ ਵੀ ਇੱਕ ਹੈ, ਪਰ ਸਰਕਾਰ ਜਿਹੜੀ ਹੈ ਇਹ ਇਹਨਾਂ ਦੀ ਦੁਸ਼ਮਣ ਬਣੀ ਹੋਈ। ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਇਹ थे SGPC के प्रधान बीबी जागीर कौर, जिन्होंने कहा है कि सरकार को हिटलरशाही रवैया जो इख्तियार किया हुआ है उसे त्याग देना चाहिए, किसानों की बात सुननी चाहिए। काले कानून है, पंजाब से ये एक आवाज़ उठी है, ये थमेगी नहीं, पूरा देश का आंदोलन बन गया है, ये सरकार को झुकना ही होगा। पंजाब को हमेशा ही अनदेखा किया गया है, लेकिन इस बार किसान को अपनी मांगों को मनवा कर ही जो हैं हटेंगे। SGPC की ओर से जो भी सहायता होगी वो की जाएगी। वहाँ पर बायो टॉयलेट भेजे जा रहे हैं महिलाओं के लिए, और भी जो उन्हें उन एम्बुलेंसें भेजी जा रही हैं ताकि उन्हें किसी तरह की परेशानी ना हो। अब केंद्र सरकार के गेंद पाले में है, UNO कह रहा है ये गलत हुआ है, कनाडा के प्रधानमंत्री जस्टिन ट्रूडो कह रहे हैं कि किसानों की बात सुननी चाहिए, लेकिन हमारे प्रधानमंत्री की ओर से जो ये रवैया अड़ियल अपनाया जा रहा है वो सरासर गलत है। अमृतसर से D4U न्यूज़ के लिए दीपक भंडारी की खास रिपोर्ट।